ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਇਸ ਵੀਡੀਓ ਵਿੱਚ ਅਸੀਂ 8th ਕਲਾਸ ਦੀ ਸਾਇੰਸ ਦੀ ਜਿਹੜੀ ਬੁੱਕ ਹੈ ਉਹਦਾ ਚੈਪਟਰ ਨੰਬਰ 11 ਟਾਈਟਲਡ ਫੋਰਸ ਐਂਡ ਪ੍ਰੈਸ਼ਰ, ਉਹਦੀ ਐਕਸਰਸਾਈਜ਼ਸ 1 to 10 ਉਹ ਸਾਰਿਆਂ ਨੂੰ ਅਸੀਂ ਹੱਲ ਕਰਾਂਗੇ, ਸੋਲਵ ਕਰਾਂਗੇ ਤੇ ਨਾਲ ਵਿਦ ਐਕਸਪਲੇਨੇਸ਼ਨ ਕਿ ਹਾਊ ਟੂ ਪ੍ਰੀਪੇਅਰ ਦੀ ਆਨਸਰਸ ਐਂਡ ਵਟ ਇਜ਼ ਦੀ ਰੀਜ਼ਨ ਬਿਹਾਈਂਡ ਦੇਅਰ ਆਨਸਰਸ, ਵੀ ਜਵਾਬ ਕਿਵੇਂ ਦੇਣੇ ਨੇ ਤੇ ਜਵਾਬ ਦੇਣ ਦੇ ਪਿੱਛੇ ਵਾਲਾ ਕਾਰਨ ਕੀ ਹੈ, ਉਹਦੀ ਸਾਰੀ ਐਕਸਪਲੇਨੇਸ਼ਨ ਅਸੀਂ ਕਰਾਂਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਬੱਚਿਓ, ਇसी ਚੈਨਲ ਦੇ ਉੱਤੇ ਤੁਹਾਡੀ 8th ਕਲਾਸ ਦੇ ਮੈਥ ਦੇ ਸਵਾਲ ਵੀ ਸਾਰੇ ਹੱਲ ਕਰਕੇ ਪਾਏ ਜਾ ਚੁੱਕੇ ਨੇ। ਤੁਹਾਡੇ ਮੈਥ ਦੇ ਚੈਪਟਰ ਦੇ ਨੋਟਸ ਵੀ ਪਾਏ ਜਾ ਚੁੱਕੇ ਹਨ। 9th ਐਂਡ 10th ਦੇ ਵੀ ਸਾਇੰਸ ਦੇ ਨਿਊਮਰੀਕਲਸ ਤੇ 9th ਐਂਡ 10th ਦੇ ਮੈਥਸ ਦੇ ਸਵਾਲ ਵੀ ਸੋਲਵ ਕਰਕੇ ਪਾਏ ਜਾ ਚੁੱਕੇ ਹਨ। So in case you come across with those students who are studying in 9th or 10th, you can also let them know about this channel so that they can also benefit from this venture. So आओ शुरू करिए questions at the end of chapter 11. Okay, question number 1 is give two examples, दो उदाहरण दवो each of the situation, हर हालत ਲਈ ਇੱਕ ਮਤਲਬ ਹਰ ਸਿਚੁਏਸ਼ਨ ਲਈ ਇੱਕ in which you push or pull to change the state of motion of objects। ਅਰਥਾਤ ਹਰ ਇੱਕ ਸਿਚੁਏਸ਼ਨ ਲਈ ਇੱਕ ਪੁਸ਼ਿੰਗ ਦੀ ਤੇ ਇੱਕ ਪੁਲਿੰਗ ਦੀ, ਮਤਲਬ ਕਿਤੇ ਖਿੱਚਿਆ ਜਾ ਰਿਹਾ ਤੇ ਕਿਤੇ ਧੱਕਾ ਦਿੱਤਾ ਜਾ ਰਿਹਾ। ਉਹਦੇ ਦੋ ਉਦਾਹਰਨ ਦਵੋ ਜਿਹਦੇ ਵਿੱਚ ਸਟੇਟ ਆਫ ਮੋਸ਼ਨ ਜਿਹੜਾ ਹੈ ਆਬਜੈਕਟ ਦਾ ਉਹ ਚੇਂਜ ਹੋ ਜਾਏ। ਬੱਚੇ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਕਿ ਵੈਨ ਦਾ ਬੋਡੀ ਇਜ਼ ਇਨ ਅ ਸਟੇਟ ਆਫ ਰੈਸਟ, that is also known as state of motion। क्यों? We can say that when the body is at rest, its state of motion is such that its speed is zero। ठीक है, so body at rest is also described as a state of motion in which the speed is zero। ठीक है, so अब देखो push the example देखिए, you can take numerous examples from your day to day life। ਅਸੀਂ ਲਿਆ a ball at rest is pushed to set it moving। ਇੱਕ ਬਾਲ ਪਈ ਹੈ ਫਰਸ਼ ਦੇ ਉੱਤੇ, ਤੁਸੀਂ ਉਹਨੂੰ ਹੱਥ ਦੇ ਨਾਲ ਜਾਂ ਲੱਤ ਦੇ ਨਾਲ ਜਾਂ ਆਪਣੀ ਕੂਹਣੀ ਦੇ ਨਾਲ ਐਲਬੋ ਕਿਸੇ ਦੇ ਨਾਲ ਵੀ ਪੁਸ਼ ਕੀਤਾ, ਜਾਂ ਸਟਿਕ ਦੇ ਨਾਲ, ਡੰਡੇ ਦੇ ਨਾਲ, ਬੈਟ ਦੇ ਨਾਲ, ਹਾਕੀ ਦੇ ਨਾਲ, ਐਨੀਥਿੰਗ। when you push it, the ball which was at rest, it starts moving। it means its state of motion from being at rest to the state of motion in which it is moving has been obtained, has been achieved by the action of pushing। ठीक है, दूसरा एग्जांपल ऐसा दें, a cart coming down a slope is pushed to slow down and finally stop it। मान लो एक पुल हैगा, स्लोप हैगा ਤੇ ਸਲੋਪ ਤੇ ਇੱਕ ਰੇੜੀ ਜਿਹੜੀ ਹੈ ਉਹ ਰਿੜਦੀ ਆ ਰਹੀ ਹੈ, ਥੋੜੀ ਭਾਰੀ ਹੈ ਤੇ ਤੁਸੀਂ ਉਹਨੂੰ ਰੋਕਦੇ ਹੋ, ਪੁਸ਼ ਕਰਦੇ ਹੋ ਤੇ ਪੁਸ਼ ਕਰਦੇ ਨਾਲ ਤੁਹਾਡੇ ਪੈਰ ਵੀ ਪਿੱਛੇ ਪੁਸ਼ ਹੁੰਦੇ ਨੇ। ਪਰ ਉਹ ਕੀ ਹੁੰਦਾ ਹੈ, ਕਾਰਟ ਤੁਹਾਡੇ ਪੁਸ਼ ਕਰਕੇ ਜਿਹੜੀ ਤੇਜ਼ੀ ਨਾਲ ਥੱਲੇ ਆ ਰਹੀ ਸੀਗੀ ਉਹ ਸਲੋ ਹੋ ਜਾਂਦੀ ਹੈ ਐਂਡ ਦੈਨ ਯੂ ਕੀਪ ਇਨਕਰੀਜ਼ਿੰਗ ਦਾ ਫੋਰਸ ਤੇ ਉਹ ਫਾਈਨਲੀ ਸਟਾਪ ਹੋ ਜਾਂਦੀ ਹੈ। ਸੋ ਕਾਰਟ ਵਿਚ ਵਾਜ਼ ਮੂਵਿੰਗ ਫਾਸਟ ਫਸਟ, ਇਟ ਸਲੋਜ਼ ਡਾਊਨ ਐਂਡ ਦੈਨ ਇਟ ਸਟਾਪਸ। ਸੋ ਇੱਥੇ ਵੀ ਸਟੇਟ ਆਫ ਮੋਸ਼ਨ ਹੈਜ਼ ਚੇਂਜਡ ਡਿਊ ਟੂ ਦੀ ਐਕਟ ਆਫ ਪੁਸ਼ਿੰਗ। ਹੁਣ ਲੈ ਲਈਏ ਪੁੱਲ ਮੈਨੇ ਹੁੰਦਾ ਖਿੱਚਣਾ। ਆ ਸਟੇਸ਼ਨਰੀ ਵੀਲਡ ਸੂਟਕੇਸ ਇਜ਼ ਪੁਲਡ ਟੂ ਡਰੈਗ ਅਲੋਂਗ। ਮੰਨ ਲਓ ਅਸੀਂ ਰੇਲਵੇ ਸਟੇਸ਼ਨ ਤੇ ਹੈਗੇ ਹਾਂ ਜਾਂ 에ਅਰਪੋਰਟ ਤੇ ਹੈਗੇ ਹਾਂ, ਸਾਡੇ ਕੋਲ ਲੱਗੇਜ ਹੈਗਾ, ਠੀਕ ਹੈ, ਉਦੋਂ ਕਾਲ ਆਉਂਦੀ ਹੈ ਪਲੀਜ਼ ਪ੍ਰੋਸੀਡ ਫॉर ਸਿਕਿਉਰਿਟੀ ਚੈੱਕ ਲਈ ਜਾਓ। ਤੇ ਅਸੀਂ ਕੀ ਕਰਦੇ ਹਾਂ, ਜਿਹੜਾ ਲੂਪ ਹੁੰਦਾ ਉਹਦਾ ਜਾਂ ਹੈਂਡਲ ਹੁੰਦਾ ਸੂਟਕੇਸ ਦਾ, ਉਹਨੂੰ ਫੜਦੇ ਹਾਂ ਤੇ ਵੀ ਉਹਨੂੰ ਪੁੱਲ ਕਰਦੇ ਹਾਂ, ਖਿੱਚਦੇ ਹਾਂ, ਤੇ ਉਹਦੇ ਨਾਲ ਕੀ ਹੁੰਦਾ ਕਿ ਸੂਟਕੇਸ ਵਿਚ ਵਾਜ਼ ਰੈਸਟਿੰਗ, ਵਿਚ ਵਾਜ਼ ਸਟੇਸ਼ਨਰੀ, ਰੁਕਿਆ ਹੋਇਆ ਸੀਗਾ, ਉਹ ਚੱਲਣ ਲੱਗ ਜਾਂਦਾ। ਸੋ ਦੀ ਸਟੇਟ ਆਫ ਮੋਸ਼ਨ ਆਫ ਦੀ ਸੂਟਕੇਸ ਹੈਜ਼ ਚੇਂਜਡ ਫਰੋਮ ਬੀਇੰਗ ਐਟ ਰੈਸਟ to the state of being in motion। ठीक है, so this has been done with the action of pulling। दूसरा, ਤੁਸੀਂ ਆਪਣੇ ਘਰ ਦੇਖੋ ਅਲਮਾਰੀਆਂ ਹੁੰਦੀਆਂ ਨੇ, ਉਹ 'ਚ ਡਰਾਅਰ ਹੁੰਦੇ ਨੇ। now the drawer is closed and it is at rest। ਤੁਸੀਂ ਬਾਹਰ ਖਿੱਚਦੇ ਹੋ, when you pull it out ਤੇ ਕੀ ਹੁੰਦਾ, it starts moving and it comes to a state of being open। ठीक है, so a closed drawer is pulled out ਟੂ ਓਪਨ ਇਟ। ਜਦੋਂ ਤੱਕ ਤੁਸੀਂ ਫੋਰਸ ਅਪਲਾਈ ਕਰੀ ਜਾਂਦੇ ਹੋ ਉਹ ਜਿਹੜਾ ਡਰਾਵਰ ਹੈ ਮੂਵ ਕਰਦਾ ਹੈ, ਅਤੇ ਜਿੱਥੇ ਤੁਸੀਂ ਰੋਕਣਾ ਚਾਹੁੰਦੇ ਹੋ ਉੱਥੇ ਤੁਸੀਂ ਯੂ ਸਟਾਪ ਪੁਲਿੰਗ ਇਟ, ਬਟ ਇਟ ਹੈਜ਼ ਮੂਵਡ ਫਰੋਮ ਦੀ ਸਟੇਟ ਆਫ ਬੀਇੰਗ ਐਟ ਰੈਸਟ ਟੂ ਦੀ ਸਟੇਟ ਆਫ ਬੀਇੰਗ ਇਨ ਮੋਸ਼ਨ।
and this has been done with the help of action which is categorized as pulling. So ਜਿਹੜੇ force ਹੈਗੇ ਨੇ ਬੱਚਿਓ, forces can be broadly categorized as pushing or pulling. ठीक है, और आगे चलिए नेक्स्ट क्वेश्चन. नेक्स्ट क्वेश्चन है बच्चों, give two examples of situations in which applied force causes a change in the shape of an object. पहले क्वेश्चन ਵਿੱਚ ਅਸੀਂ ਦੇਖਿਆ ਬੱਚਿਓ ਕਿ we gave examples of forces in which the state of motion was changed. ठीक है, ਹੁਣ ਕਹਿੰਦੇ ਦੋ ਐਗਜ਼ਾਮਪਲ ਦਵੋ ਉਸ ਸਿਚੁਏਸ਼ਨ ਦੇ in which the object does not move but object undergoes a change in shape. ਉਹਦੀ ਸ਼ੇਪ ਬਦਲ ਜਾਂਦੀ ਹੈ. ਠੀਕ ਹੈ, ਸੋ ਅਸੀਂ ਇੱਕ ਲੈ ਲਈਏ, an exercise band is pulled to stretch it which makes it longer. ਮੇਰੇ ਕੋਲ ਮੰਨ ਲਓ ਇੱਕ ਬੈਂਡ ਪਿਆ, ਸਟ੍ਰੈਚ ਬੈਂਡ ਪਿਆ ਰਬੜ ਦਾ, ਹੈ ਨਾ, ਇੱਕ ਬੈਂਡ ਹੈਗਾ, ਇਟ ਹੈਜ਼ ਗੋਟ ਸਰਟਨ ਸ਼ੇਪ. ਸੋ ਮੈਂ ਐਕਸਰਸਾਈਜ਼ ਕਰਦਾ, ਮੈਂ ਹੱਥਾਂ ਵਿੱਚ ਲਿਆ ਇਹਨੂੰ ਤੇ ਆਈ ਪੁੱਲ ਇਟ, ਮੈਂ ਇਹਨੂੰ ਖਿੱਚਿਆ ਬਾਹਰ ਆਪਣੀ ਐਕਸਰਸਾਈਜ਼ ਕਰਨ ਲਈ, ਤੇ ਵੈਨ ਆਈ ਹੋਲਡ ਇਟ ਦੇਅਰ, ਹੁਣ ਕੀ ਹੋ ਗਿਆ ਕਿ ਜਿਹੜਾ ਸਟ੍ਰੈਚਿੰਗ ਬੈਂਡ ਹੈ ਉਹ ਕਿਤੇ ਮੂਵ ਨਹੀਂ ਕੀਤਾ, ਉੱਥੇ ਹੀ ਖੜਾ ਹੈ, ਮੇਰੇ ਕੋਲ ਹੀ ਹੈਗਾ, ਇਟ ਹੈਜ਼ ਨਾਟ ਚੇਂਜ ਇਟਸ ਲੋਕੇਸ਼ਨ. ਪਰ ਕੀ ਹੋ ਗਿਆ, ਉਹਦੀ ਸ਼ੇਪ ਚੇਂਜ ਹੋ ਗਈ. ਪਹਿਲੇ ਇਹਦਾ ਜਿਹੜੀ ਲੈਂਥ ਸੀਗੀ ਉਹ ਛੋਟੀ ਸੀਗੀ, ਹੁਣ ਉਹਦੀ ਲੈਂਥ ਜਿਹੜੀ ਹੈ ਲੰਬੀ ਹੋ ਗਈ. ਸੋ ਦਿਸ ਇਜ਼ ਐਨ ਐਗਜ਼ਾਮਪਲ ਆਫ ਦੀ ਐਪਲੀਕੇਸ਼ਨ ਆਫ ਫੋਰਸ in which the shape of an object has changed. ਦੂਸਰਾ ਅਸੀਂ ਲੈ ਲੈਂਦੇ ਹਾਂ a ball of dough. dough ਹੁੰਦਾ ਬੱਚੋ ਗੁੰਨਿਆ ਹੋਇਆ ਆਟਾ, ਤੇ ball ਹੁੰਦੀ ਗੇਂਦ, ਤੇ ਅਸੀਂ ਇਹਨੂੰ ball of dough ਨੂੰ ਪੰਜਾਬੀ 'ਚ ਕਹਾਂਗੇ ਪੇੜਾ. ਅਸੀਂ ਆਟਾ ਗੁੰਨਿਆ, ਸਾਡੇ ਮਾਤਾ ਜੀ, ਸਾਡੇ ਭੈਣ ਜੀ ਘਰ, ਸਾਡੀ ਪਤਨੀ ਕੋਈ ਨਾ ਕੋਈ ਹੁੰਦਾ, ਉਹ ਕੀ ਕਰਦਾ, ਉਹ ਆਟਾ ਗੁੰਨ ਕੇ ਪੇੜਾ ਲੈਂਦੇ ਨੇ, ਤੇ ਪੇੜਾ ਲੈ ਕੇ ਕੀ ਬਣ ਜਾਂਦਾ, ਇੱਕ ਬॉल ਬਣ ਜਾਂਦੀ ਹੈ, ਤੇ ਉਹਨੂੰ ਅਸੀਂ ਕਹਿੰਦੇ ਆ ball of dough. ਤੁਸੀਂ ਇਹਨੂੰ ਲਿਖ ਸਕਦੇ ਹੋ ball of dough, ਪੰਜਾਬੀ 'ਚ ਕਹਾਂਗੇ ਪੇੜਾ. ਠੀਕ ਹੈ, ਇਸ ਪ੍ਰੈਸਡ, ਫਿਰ ਚਕਲੇ 'ਤੇ ਰੱਖ ਕੇ ਬੋਰਡ ਦੇ ਉੱਤੇ, ਬੋਰਡ ਮੀਨਸ ਚਕਲਾ, ਉਹ 'ਤੇ ਰੱਖ ਕੇ ਉਹਨੂੰ ਪ੍ਰੈਸ ਕਰਦੇ ਹਾਂ. ਜਿਹੜੇ ਪ੍ਰੈਸ ਕਰਦੇ ਹਾਂ ਵੀ ਆਰ ਪੁਸ਼ਿੰਗ ਇਟ, ਵੀ ਆਰ ਅਪਲਾਈਂਗ ਦਾ ਫੋਰਸ. ਜਿਹੜੀ ਬॉल ਸੀਗੀ ਉਹ ਕੀ ਹੁੰਦੀ, ਫਲੈਟਨ ਹੋ ਜਾਂਦੀ ਹੈ. ਠੀਕ ਹੈ ਨਾ, ਉਹਦੀ ਸ਼ੇਪ ਚੇਂਜ ਹੋ ਗਈ. ਫਿਰ ਅਸੀਂ ਕੀ ਕਰਦੇ ਹਾਂ, ਬੇਲਣਾ ਲੈਂਦੇ ਆ, ਬੇਲਣਾ ਜਿਹਨੂੰ ਕਹਿੰਦੇ ਪੇਸਟਰੀ ਰੋਲਰ, ਫਿਰ ਉੱਤੇ ਕਰਕੇ ਫਿਰ ਉਹਨੂੰ ਪੁਸ਼ ਕਰਦੇ ਹਾਂ, ਉਹਨੂੰ ਪ੍ਰੈਸ ਕਰਦੇ ਹਾਂ, ਅਤੇ ਉਹਦੇ ਨਾਲ ਕੀ ਹੁੰਦਾ, ਉਹ ਰੋਟੀ ਦੀ ਸ਼ੇਪ 'ਚ ਬਣ ਜਾਂਦੀ, ਜਿਹਨੂੰ ਕਹਿੰਦੇ ਡਿਸਕ. ਸੋ ਅ ਬॉल ਆਫ ਡੋ हैज़ been changed into a shape of disc by the application of force. ठीक है, so these are the two examples, these are two examples of application of force in which the shape of the object on which the force is applied has undergone a change in their shapes. Now let's move on to question number 3 now. Question number 3 है बच्चों, fill in the blanks in the following statements. ਥੱਲੇ ਲਿਖੀਆਂ ਜਿਹੜੇ ਕਥਨ ਹੈਗੇ ਨੇ, ਸਟੇਟਮੈਂਟਸ ਨੇ, ਉਹਨਾਂ ਵਿੱਚ ਖਾਲੀ ਸਥਾਨ ਭਰੋ. ਟੂ ਡਰਾ ਵਾਟਰ ਫਰੋਮ ਅ ਵੈਲ, ਡਰਾ ਵਾਟਰ ਮੈਨੇ ਪਾਣੀ ਕੱਢਣਾ, ਫਰੋਮ ਅ ਵੈਲ ਮੈਨੇ ਖੂਹ ਵਿੱਚੋਂ. ਵੀ ਹੈਵ ਟੂ ਪੁੱਲ ਐਟ ਦੀ ਰੋਪ. ਦੇਖਿਓ ਬੱਚੋ, ਜਦੋਂ ਪਾਣੀ ਵਰਟੀਕਲੀ ਜਿਹੜਾ ਖੂਹ ਹੈ ਡਾਊਨ ਹੈਗਾ ਨਾ, ਇਟ ਇਜ਼ ਬਿਲੋ ਦੀ ਗਰਾਊਂਡ ਲੈਵਲ. ਠੀਕ ਹੈ, ਸੋ ਬਾਲਟੀ ਦੇ ਨਾਲ ਅਸੀਂ ਰੱਸੀ ਬੰਨੀ, ਅਤੇ ਰੱਸੀ ਦੇ ਨਾਲ ਫਿਰ ਕੀ ਕਰਦੇ ਹਾਂ, ਉੱਤੇ ਇੱਕ ਫਰੇਮ ਬਣਿਆ ਹੁੰਦਾ, ਅਤੇ ਫਰੇਮ ਉੱਤੇ ਇੱਕ ਪੁਲੀ ਹੁੰਦੀ ਹੈ, ਅਤੇ ਜਿਹੜੀ ਰੋਪ ਹੈ ਇਟ ਗੋਜ਼ ਅਰਾਊਂਡ ਦਾ ਪੁਲੀ which is at a higher height, which is at a higher height than the average height of a person. ਤੇ ਉਹਨਾਂ ਕੀ ਹੁੰਦਾ ਕਿ ਜਿਹੜੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਰੋਪ ਥੱਲਿਓਂ ਦੀ ਆ ਰਹੀ ਹੈ, ਉੱਤੋਂ ਦੀ ਡਾਇਰੈਕਸ਼ਨ ਚੇਂਜ ਹੋ ਕੇ ਇਟ ਅਪੀਅਰਸ ਟੂ ਬੀ ਕਮਿੰਗ ਡਾਊਨਵਰਡ ਫਰਮ ਟੌਪ, ਸ਼ੀਵ ਦੇ ਉੱਤੋਂ, ਪੁਲੀ ਦੇ ਉੱਤੋਂ, ਤੇ ਅਸੀਂ ਕਰਦੇ ਨੂੰ ਪੁੱਲ ਕਰਦੇ ਹਾਂ, ਹੈ ਨਾ, ਵੀ ਪੁੱਲ ਦਾ ਰੋਪ ਟੂਵਰਡਸ ਦੀ ਗਰਾਊਂਡ. ਠੀਕ ਹੈ, ਤੇ ਅਸੀਂ ਖਿੱਚਦੇ ਹਾਂ, ਅਸੀਂ ਪੁਸ਼ ਨਹੀਂ ਕਰਦੇ. ਸੋ ਇਟ ਮੀਨਸ ਕੀ ਹੋਇਆ, ਟੂ ਡਰਾ ਵਾਟਰ ਫਰੋਮ ਅ ਵੈਲ ਵੀ ਹੈਵ ਟੂ ਪੁੱਲ ਐਟ ਦੀ ਰੋਪ, ਵੀ ਪੁੱਲ ਦੀ ਰੋਪ ਟੂਵਰਡਸ ਦੀ ਗਰਾਊਂਡ. ਥੱਲੇ ਖਿੱਚਦੇ ਹਾਂ, ਜਿਲੇ ਥੱਲੇ ਖਿੱਚਦੇ ਹਾਂ ਤੇ ਜਿਹੜੀ ਉਹ ਰੱਸੀ ਜਿਹੜੀ ਹੈ ਸਾਡੇ ਹੱਥ 'ਚ ਥੱਲੇ ਆਉਂਦੀ ਹੈ, ਅਤੇ ਉੱਧਰੋਂ ਦੀ ਬਾਲਟੀ ਜਿਹੜੀ ਹੈ ਖੂਹ ਵਿੱਚੋਂ ਉੱਪਰ ਆਉਣੀ ਸ਼ੁਰੂ ਹੋ ਜਾਂਦੀ ਹੈ. ਦੀ ਬਕਟ ਫੁੱਲ ਆਫ ਵਾਟਰ ਸਟਾਰਟਸ ਕਮਿੰਗ ਅਪ ਐਜ਼ ਵੀ ਕੰਟੀਨਿਊ ਪੁਲਿੰਗ ਦੀ ਰੋਪ ਡਾਊਨ. ਠੀਕ ਹੈ, ਫਿਰ ਹੈਗਾ ਅ ਚਾਰਜਡ ਬੋਡੀ ਅਟਰੈਕਟਸ ਐਨ ਅਨਚਾਰਜਡ ਬੋਡੀ. ਇਹ ਤਾਂ ਸਾਨੂੰ ਪਤਾ ਹੀ ਬੱਚਿਓ. ਠੀਕ ਹੈ ਨਾ, ਹੁਣ ਇਹਦੇ ਨਾਲ ਮੈਂ ਹੋਰ ਗੱਲਾਂ ਵੀ ਜੋੜੀ ਜਾਵਾਂਗਾ. ਅਗਰ ਬੱਚੋ ਇੱਥੇ ਹੁੰਦਾ ਆ ਚਾਰਜਡ ਬੋਡੀ, ਇੱਥੇ ਹੁੰਦਾ, ਅਗਰ ਇੱਥੇ ਵੀ ਚਾਰਜ ਹੁੰਦਾ, ਮੰਨ ਲਓ ਇੱਥੇ ਅਨਚਾਰਜ ਨਾ ਹੁੰਦਾ, ਫਿਰ ਕੀ ਹੋਣਾ ਸੀ, ਅਟਰੈਕਟਸ ਔਰ ਰਿਪੈਲਸ. ਠੀਕ ਹੈ, ਜਿਹੜੀ ਚਾਰਜ ਬੋਡੀ ਹੈ ਇਟ ਵਿਲ ਆਲਵੇਜ਼ ਅਟਰੈਕਟ ਐਨ ਅਨਚਾਰਜਡ ਬੋਡੀ. ਠੀਕ ਹੈ, ਬਟ ਅ ਚਾਰਜ ਬੋਡੀ ਮੇ ਅਟਰੈਕਟ ਔਰ ਰਿਪੈਲ ਅਨਦਰ ਚਾਰਜਡ ਬੋਡੀ. ਅਗਰ ਤੇ ਦੂਸਰੀ ਬੋਡੀ ਵੀ ਸੇਮ ਚਾਰਜ, ਲਾਈਕ ਚਾਰजेस ਰਿਪੈਲ ਈਚ ਅਦਰ ਐਂਡ ਅਨਲਾਈਕ ਚਾਰजेस ਅਟਰੈਕਟ ਈਚ ਅਦਰ. ਅਗਰ ਇੱਕ ਬੋਡੀ ਪੋਜ਼ਿਟਿਵਲੀ ਚਾਰਜ ਹੈਗੀ ਹੈ ਤੇ ਉਹ ਦੂਸਰੀ ਪੋਜ਼ਿਟਿਵਲੀ ਚਾਰਜ ਬੋਡੀ ਨੂੰ ਰਿਪੈਲ ਕਰੇਗੀ. ਠੀਕ ਹੈ, ਅਗਰ ਉਹ ਬੋਡੀ ਪੋਜ਼ਿਟਿਵਲੀ ਚਾਰਜ ਹੈ ਤੇ ਨੈਗੇਟਿਵਲੀ ਚਾਰਜ ਬੋਡੀ ਨੂੰ ਅਟਰੈਕਟ ਕਰੇਗੀ.
इसी तरह a negatively charged body will attract a positively charged body and negatively charged body will repel a negatively charged body. So a charged body attracts an uncharged body, but a charged body attracts or repels another charged body depending upon the nature of the charges. ਤੇ ਉਹਦੇ ਵਿੱਚ ਕਿਸ ਤਰ੍ਹਾਂ ਹੈਗਾ? I will repeat again, the opposite charges attract each other and the same charges repel each other. ठीक है? To move a loaded trolley we have to push or pull it. ਹੁਣ ਮੰਨ ਲਓ ਇੱਕ ਠੇਲਾ ਹੈਗਾ, ਟਰਾਲੀ ਹੈਗੀ ਹੈ, ਉਹਨੂੰ ਮੈਂ ਪੁਸ਼ ਵੀ ਕਰ ਸਕਦਾ ਤੇ ਉਹਨੂੰ ਪੁੱਲ ਵੀ ਕਰ ਸਕਦਾ. We can move the trolley in either of the two ways. We can push it also, we can pull it also. ਠੀਕ ਹੈ ਬੱਚਿਓ, ਅਸੀਂ ਦੇਖਦੇ ਹਾਂ ਫਰੂਟ ਜਿਹੜੇ ਰੇਹੜੀ ਵਾਲੇ ਹੁੰਦੇ ਨੇ ਬੰਦੇ, ਟਰਾਲੀ ਵਾਲੇ ਹੁੰਦੇ ਨੇ, ਹਨਾ, ਜਿੱਦਾਂ ਹੁਣ ਉਹਦੀ ਟਰਾਲੀ ਹੈਗੀ ਹੈ, ਲੱਗੇਜ ਦੀ ਟਰਾਲੀ ਹੈ, ਅਸੀਂ 에ਅਰਪੋਰਟ ਤੇ ਦੇਖਦੇ ਹਾਂ ਕੁਝ ਬੰਦੇ ਜ਼ਿਆਦਾਤਰ ਪੁਸ਼ ਕਰਦੇ ਨੇ, ਬਟ ਇਫ ਯੂ ਵਾਂਟ ਉਹਨੂੰ ਤੁਸੀਂ ਡਰਾਈਵ ਵੀ ਕਰ ਸਕਦੇ ਹੋ, ਪੁੱਲ ਵੀ ਕਰ ਸਕਦੇ ਹੋ. ਇਸੇ ਤਰ੍ਹਾਂ ਤੁਸੀਂ ਕੋਈ ਕਾਰਟ ਲੈ ਲਓ, ਵੁਡਨ ਕਾਰਟ ਲੈ ਲਓ, ਇਟ ਇਜ਼ ਲੋਡਡ ਵਿਦ ਫਰੂਟਸ. ਠੀਕ ਹੈ, ਇਟਸ ਲੋਡਡ ਵਿਦ ਫਰੂਟਸ ਐਂਡ ਯੂ ਕੈਨ ਸੀ ਦੈਟ ਸਮਟਾਈਮਸ ਦੀ ਹੌਕਰ ਜਿਹੜਾ ਹੈਗਾ ਉਹ ਉਹਨੂੰ ਪੁੱਲ ਵੀ ਕਰਦਾ ਹੈ ਤੇ ਕਦੀ ਕਦੀ ਉਹਨੂੰ ਪੁਸ਼ ਵੀ ਕਰਦਾ ਹੈ. ਠੀਕ ਹੈ, ਫਿਰ ਅਗਲਾ ਆ ਗਿਆ, ਦੀ ਨਾਰਥ ਪੋਲ ਆਫ ਅ ਮੈਗਨੇਟ ਰਿਪੈਲਸ ਦੀ ਨਾਰਥ ਪੋਲ ਆਫ ਅਨਦਰ ਮੈਗਨੇਟ. ਹੁਣ ਬੱਚੋ ਇੱਥੇ ਵੀ ਆ ਗਿਆ, ਅਗਰ ਮੰਨ ਲਓ ਇੱਥੇ ਨਾਰਥ ਹੈ, ਅਗਰ ਇੱਥੇ ਸਾਊਥ ਹੁੰਦਾ, ਇੱਥੇ ਸਾਊਥ ਹੁੰਦਾ, ਫਿਰ ਆਣਾ ਸੀ ਅਟਰੈਕਟਸ. ਅਗਰ ਇੱਥੇ ਸਾਊਥ ਹੁੰਦਾ, ਇੱਥੇ ਵੀ ਸਾਊਥ ਹੁੰਦਾ, ਫਿਰ ਆਣਾ ਸੀ ਰਿਪੈਲਸ. ਪਰ ਅਗਰ ਇੱਥੇ ਸਾਊਥ ਹੁੰਦਾ, ਇੱਥੇ ਨਾਰਥ ਹੁੰਦਾ, ਤੇ ਇੱਥੇ ਆਣਾ ਸੀ ਅਟਰੈਕਟਸ. ਸੋ ਦੀ ਸਟੇਟਮੈਂਟ ਕਿਹੜੀ ਬਣੇਗੀ? ਜਨਰਲ ਸਟੇਟਮੈਂਟ, ਸੋ ਦੈਟ ਕਿਉਂਕਿ ਪੇਪਰ ਵਿੱਚ ਹੋ ਸਕਦਾ ਨਾਰਥ ਦੀ ਜਗ੍ਹਾ ਸਾਊਥ ਕਰ ਦੇਣ. if the charges, if the names are same, either when both are north or both are south, then the answer is repels. ठीक है, अगर एक नॉर्थ हो जाए दूसरा साउथ हो जाए, बेशक इधर नॉर्थ हो जाए इधर साउथ हो जाए, या इधर नॉर्थ हो जाए इधर साउथ हो जाए, if one of the two poles is north and the other is south, then they will attract each other. ਇਹਨੂੰ ਅਸੀਂ ਕਵਾਂਗੇ ਸਿੰਪਲ ਲੈਂਗੁਏਜ ਵਿੱਚ, like poles attract each other, unlike poles, sorry, like poles repel each other, unlike poles attract each other. ਹੁਣ they are like poles, ਇਹ ਵੀ north ਹੈ, ਇਹ ਵੀ north ਹੈ, so ਇੱਥੇ ਆਏਗਾ repels. Like poles repel each other, north and north will repel, south and south will repel, and unlike poles attract each other, north and south or south and north will attract each other. ठीक है जी, आओ आगे चलिए. एन आर्चर, आर्चर बच्चे पता कौन है? तीर कमान चलाने वाला, जिन्होंने तीर अंदाज. आर्चर जो को कमान होंगी है तो तीर होंगे है ना, तीर कमान चलाने वाला उन्हें कहते हैं आर्चर या तीर अंदाज. स्ट्रैचिज, स्ट्रैच करता है, खिंचता है हर बॉ, वाला बॉ जो कमान है उन्होंने खिंचता है. वाइल टेकिंग एम एट द टारगेट, अपने टारगेट पर निशाना बना के. ठीक है, शी दैन रिलीज़ द एरो, फिर वो तीर छड़ती है, फिर वो तीर छड़ती है, विच बिगिनस टू मूव टुवर्ड्स द टारगेट, जो कि अपने टारगेट वाल मूव करना शुरू कर दिंदा है. बेस्ड ऑन दिस इन्फॉर्मेशन, इस जानकारी के आधार पर फिल अप द गैप्स इन द फॉलोइंग स्टेटमेंट्स यूजिंग द फॉलोइंग टर्म्स: मस्कुलर, कॉन्टैक्ट, नॉन कॉन्टैक्ट, ग्रेविटी, फ्रिक्शन, शेप, अट्रैक्शन. कहते जड़े स्टेटमेंट्स दी हुई नीचे कथन दिते ने उन्होंने खाली स्थान भरो एवले शब्दों को यूज़ करके. ठीक है, बड़ा इंटरस्टिंग है, नाले तुहाडे नाल इहदे जिहड़े कॉन्सैप्ट है क्लीयर हो जाएंगे. 100 देखिए, टू स्ट्रैच द बो, मतलब कि कमान नू खिंचण लई दी आर्चर अप्लाइज अ फोर्स दैट कॉजेज अ चेंज इन इट्स शेप. ठीक है ना, उसकी शेप चेंज हो जाती है. कमान वो हथ विच पहले भी सीगा, हुण कमान वो हथ विच हुण भी है, पर जिल्ले उन्हें खिंचिया तो की होया, वो बेंड हो गया, वो होर ज़्यादा बेंड हो गया, जिहड़ा स्ट्रिंग सीगा, जिहड़ा धागा सीगा, वो स्ट्रैच हो गया. ठीक है, तो वो जो कमान है, कमान वो शेप चेंज हो गई. ठीक है, सो द फोर्स अप्लाइड बाय द आर्चर टू स्ट्रैच द बो इज एन एग्जाम्पल ऑफ मस्कुलर फोर्स. हुण बच्चे दसो उन्होंने फोर्स यूज़ किया? उन्हें अपनी आर्म्स दियाँ, शोल्डर दियाँ, चैस्ट दियाँ जिहड़ियां मसल्स ने, ठीक है, वो यूज़ कीतियां. सो इट इज़ एन एग्जाम्पल ऑफ मस्कुलर फोर्स. द टाइप ऑफ फोर्स रिस्पॉन्सिबल फॉर अ चेंज इन द स्टेट ऑफ मोशन ऑफ द एरो इज़ एन एग्जाम्पल ऑफ अ कंटैक्ट फोर्स. हुण जिहड़े फोर्स दे नाल ओहदा एरो दा, वो जिहड़ा तीर दा स्टेट ऑफ मोशन चेंज होया है,
first the arrow is in a state of rest, and when the aim is taken, bow is stretched and the string is released, ਤੇ ਉਹਦੇ ਨਾਲ ਕੀ ਹੁੰਦਾ, ਤੀਰ ਅੱਗੇ ਜਾਂਦਾ ਹੈ। ਠੀਕ ਹੈ, ਉਹ ਕਹਿੰਦੇ what type of force is this? So it's a type of a contact force। ਹੁਣ ਤੁਹਾਨੂੰ ਬੱਚੇ ਮੈਂ ਨਾਲ ਨਾਲ ਦੱਸ ਦਵਾਂ, ਥੋੜੀ ਰਿਵੀਜ਼ਨ ਹੋ ਜਾਏਗੀ ਤੁਹਾਡੀ। there are basically two types of contact forces, one is the muscular force and another is the force of friction। ठीक है, ਤੇ ਕੰਟੈਕਟ ਫੋਰਸ ਦੀ ਦੂਜੀ ਕੰਟੈਕਟ ਫੋਰਸ ਦੇ ਦੂਜੀ ਕਲਾਸ ਹੁੰਦੀ ਹੈ ਨੋਨ ਕੰਟੈਕਟ ਫੋਰਸ। ਤੇ ਨੋਨ ਕੰਟੈਕਟ ਫੋਰਸ ਵਿੱਚ ਤਿੰਨ ਫੋਰਸਿਸ ਹੈਗੇ ਨੇ, ਮੈਗਨੈਟਿਕ ਫੋਰਸ, ਇਲੈਕਟ੍ਰੋਸਟੈਟਿਕ ਫੋਰਸ ਐਂਡ ਦੀ ਫੋਰਸ ਆਫ ਗ੍ਰੈਵਿਟੀ। ਸੋ ਇਹ ਤੁਸੀਂ ਯਾਦ ਰੱਖਣਾ ਹੈ, ਹਰ ਵੇਲੇ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਸੋ ਕੰਟੈਕਟ ਫੋਰਸਿਸ ਵਿੱਚ ਦੋ ਹੈਗੇ ਨੇ, ਮਸਕੂਲਰ ਫੋਰਸ ਐਂਡ ਫੋਰਸ ਆਫ ਫ੍ਰਿਕਸ਼ਨ, ਤੇ ਨੋਨ ਕੰਟੈਕਟ ਫੋਰਸ ਵਿੱਚ ਹੈਗੇ ਨੇ force of gravity, magnetic force and electrostatic force। ठीक है, while the arrow moves towards its target, तीर हवा में जा रहा है, while the arrow moves towards its target, ਜਦੋਂ तीर अपने निशाने वाल जा रहा है, the forces acting on it are due to दो ने, gravity and due to friction of air। क्योंकि हवा में जा रहा है तो हवा जी है वो force of friction लगा रही है, उन्होंने स्लो कर रही है। ठीक है, इसी करके तीर अगे जाके रुक जाता है। तो दूसरा है ग्रेविटी। वी नो दैट द फोर्स ऑफ ग्रेविटी इज एक्टिंग ऑन ऑल द ऑब्जेक्ट्स एट ऑल द टाइम्स, एवरी ऑब्जेक्ट अट्रैक्ट्स ईच अदर। ठीक है, सो उन्होंने कहने फोर्स ऑफ ग्रेविटी। इसी करके तीर जड़ा है वो थले डिगदा है, वो अल्टीट्यूड वो जी हाइट हैगी है ग्राउंड तो वो भी घटती जाती है, तो वो स्पीड भी घटती जाती है। वो स्पीड घटती है बिकॉज ऑफ द फोर्स ऑफ फ्रिक्शन, तो वो हाइट घटती है बिकॉज ऑफ द फोर्स ऑफ ग्रेविटी। ठीक है प्यारे बच्चों, आओ हम अगे चलिए। ओके, क्वेश्चन नंबर 5, इन दी फॉलोइंग सिचुएशंस आइडेंटिफाई द एजेंट एग्जर्टिंग द फोर्स एंड द ऑब्जेक्ट ऑन विच इट एक्ट्स। कहते जी हेठ लिखी सिचुएशन है वो तुसी जड़ा फोर्स लग रहा है वह कारण दसो भी वो पिछे किहड़ा फोर्स कम कर रहा है, तो ऑब्जेक्ट किहड़ा जे ते एक्ट कर रहा है, तो वह दसो कि फोर्स का असर की है। स्टेट द इफेक्ट ऑफ द फोर्स इन ईच केस। तो हर केस विच हर सिचुएशन विच दसो कि जिहड़ा फोर्स हैगा वो ऑब्जेक्ट के उत्ते जिल्ले एक्ट करता है तो उहदे विच की तब्दीली आ रही है। सो आओ करिए इनू। ओके, पार्ट ए इज हैगा स्क्वीजिंग अ पीस ऑफ लैमन बिटवीन द फिंगर्स टू एक्सट्रैक्ट इट्स जूस। कहते स्क्वीज होंगे निचोड़ना, आ पीस मैंने टुकड़ा, लैमन मैंने निंबू का, निंबू के टुकड़े नूं जे उंगलों में फड़ के निचोड़िया जाए वह जूस कढ़ना, एक्सट्रैक्ट मैंने कढ़ना, इट्स जूस वह जूस कढ़िया जा रहा है। तो दसो ये पिछे किहड़ा फोर्स लग्या तो किहदे ते लग्या तो उहदे नाल की होया। कहने फिर इसका जवाब है मस्कुलर फोर्स इज द एजेंट एग्जर्टिंग फोर्स ऑन द पीस ऑफ लैमन। पहली गल तो मस्कुलर फोर्स है, जे मेरे हथ में हथ ना काम करते हो, मैं अपनी जी बीणी हैगी है फोर आर्म मैं यूज़ किया, अपना शोल्डर यूज़ किया होएगा, अपर आर्म यूज़ की होगी, तो जी मसल्स मेरी फिंगर्स भी चाहिए हैं मैं वो यूज़ किया। सो मस्कुलर फोर्स इज़ द मेन एजेंट विच इज़ एग्जर्टिंग फोर्स ऑन द पीस ऑफ लैमन। तो उन्हें चेंज होया कि उन्हें कॉजिंग द चेंज इन इट्स शेप। उन्हें जो निंबू का टुकड़ा सीगा वो पूरी शेप विच सीगा, वो शेप चेंज हो गई, पिचक गया, वो दबिया गया। एंड द एक्सट्रैक्शन ऑफ जूस, तो वो की होया जूस बाहर आ गया। सो मस्कुलर फोर्स ने निंबू तो एक्ट किया, वो शेप चेंज हो गई तो जूस बाहर आ गया। ठीक है, फिर अगला है टेकिंग आउट पेस्ट फ्रॉम अ टूथपेस्ट ट्यूब। टूथपेस्ट ट्यूब के विचों पेस्ट का बाहर कढ़ना। अगेन मैं हथ ना दबिया तो हथ में जड़ियाँ मसल्स हैगियां, मेरी बीणी में जी मसल्स हैगियां, मेरी फोर आर्म में मसल्स हैगियां, वो यूज़ हुई हैं। सो मस्कुलर फोर्स इज़ द एजेंट एग्जर्टिंग फोर्स ऑन द टूथपेस्ट ट्यूब। मस्कुलर फोर्स ने एक्ट किया है, कॉजिंग द चेंज ऑफ शेप। उन्हें जी टूथपेस्ट की ट्यूब हैगी है वो स्क्वीज हो गई है, वो शेप चेंज हो गई है ना, एंड द पेस्ट टू कम आउट, तो वो पेस्ट जड़ा है वो बाहर आ गया। सो यह वह असर होया। दिस इज़ द इफेक्ट ऑफ दैट फोर्स। आगे चलिए। ओके, पार्ट सी, अ लोड सस्पेंडेड फ्रॉम अ स्प्रिंग वाइल इट्स अदर एंड इज ऑन अ हुक फिक्स टू अ वॉल। एक दीवार हैगी है, कंध हैगी है, उत्ते हुक लगी हुई है, हुक के उत्ते बच्चों मैं एक स्प्रिंग टंग दिता, तो स्प्रिंग के थले मैं एक भारा जहा कोई थैला, कोई बैग रेता का भरिया या कोई बाल्टी मैं टंग दी। उन्हें की होगा बच्चों, स्प्रिंग स्ट्रैच हो जाएगा, खिंचया जाएगा, है ना। सो ये किहड़ा फोर्स लगे बच्चों,
फोर्स ऑफ ग्रैविटी। किसी ने टच नहीं किया स्प्रिंग नूं किसी ने टच नहीं किया, पर फोर्स ऑफ ग्रैविटी ने की किया, लोड उत्ते एक्ट किया तो लोड नूं अपने वाल खिंचिया। सो इसका आंसर आएगा दी नॉन कॉन्टैक्ट। मैं नाल लिख देता है ताकि तुहाडा होर पक्का हो जाए। यू कुड हैव रिटन ग्रेविटेशनल फोर्स, पर मैं नाल नॉन कॉन्टैक्ट तां लिखता है ताकि तुहाडा कॉन्सैप्ट इस गल नूं रिपीट कर करके पक्का हो जाए कि ग्रेविटेशनल फोर्स इज अ टाइप ऑफ नॉन कॉन्टैक्ट फोर्स। द नॉन कॉन्टैक्ट ग्रेविटेशनल फोर्स इज द एजेंट, मेन एजेंट है एक्टिंग ऑन दी लोड। वो जड़ा भार बैग या थैला जो भी मैं भार उत्ते टंगिया है स्प्रिंग के उत्ते, इट इज़ एक्टिंग ऑन दैट कॉजिंग द स्प्रिंग टू बी स्ट्रैच्ड, जिहदे नाल स्प्रिंग जड़ा है वो खिंचिया गया एंड चेंज ऑफ इट्स शेप, तो वो शेप जी है स्प्रिंग की शेप जी चेंज हो गई है, हूँ खुल गया। ठीक है, अगला आ गया एन एथलीट मेकिंग अ हाई जंप टू क्लीयर द बार। बार होंगे बच्चों डंडा। तो देखो कई बार की होंगे जिसले एथलीट्स जंप करते हैं तो हाई जंप की होंगे वो देखते हैं भी किन्ने मीटर उन्हें जंप की है। तो लाइट या बार रखा होंगे, अगर वो बार टच कर जाए तो बार थले डिग जाता है तो फाउल हो जाता है भी वो क्लीयर नहीं कर सकिया। सो बार इस लाइक हेयर इट मीनस है हॉरिजोंटल पीस ऑफ प्लैंक। ठीक है, एट अ सर्टेन हाइट। तो ये भी बच्चों की मस्कुलर फोर्स इज़ दी एजेंट। उन्हें किहड़े मस्कुलर मसल्स यूज़ कीतियां, उन्हें काफ मसल्स यूज़ किए, फुट मसल्स यूज़ किए, थाई मसल्स यूज़ किए, पेल्विक मसल्स यूज़ किए, चेस्ट मसल्स यूज़ किए। इनफैक्ट वो दौड़ के आया तो इनफैक्ट में भी उन्हें पता नहीं सारिया मसल्स अपनी बॉडी की यूज़ की होणगियां। सो सारी मसल्स का जोड़ा फोर्स रल के की बन गया मस्कुलर फोर्स। सो मस्कुलर फोर्स इज़ दी एजेंट दैट पुशिज दी अर्थ सरफेस। हुण वो फोर्स कित्थे लगा रहा है, वो अर्थ के सरफेस से लगा रहा है, अर्थ नूं पुश कर रहा है। तो अर्थ नूं पुश करता है तो जी अर्थ हैगी है उन्होंने अगे दौड़न लई उन्होंने पुश कर रही है तो वो नाल दौड़दा है। ठीक है, सो मस्कुलर फोर्स इज़ दी एजेंट दैट पुशिज दी अर्थ सरफेस इनेबलिंग। फिर वो जिसले झटका दिंदा अपने आप नूं, वो अर्थ सरफेस से जोर दी पुश करता है तो वो की होंदा है ही जंप्स हाई। सो इन दिस वे ही यूजेज द मस्कुलर फोर्स टू एक्सर्ट फोर्स ऑन द अर्थ सरफेस एंड द अर्थ इन रिटर्न pushes him up so that he can make his high jump। ठीक है, आओ अगले क्वेश्चन वाल वधिए हुण। ओके, क्वेश्चन नंबर 6, अ ब्लैक स्मिथ। ब्लैक स्मिथ बच्चों पता की होंदा है, ब्लैक स्मिथ होंदा लोहार जिहड़ा लोहे का काम करता है। हुण स्मिथ नाल एक होर वर्ड यूज़ किया ताकि तुहाडी वोकैबुलरी भी वध जाए। जे इहनूं कह दी गोल्ड स्मिथ, गोल्ड स्मिथ नूं असीं कह दिंदे आ बच्चों सुनियारा जो गोल्ड का काम करता है, तो ब्लैक स्मिथ होंदा है जो लोहे का काम करता है लोहार। ठीक है, एक मुहावरा भी है ना 100 सुनार दी ते एक लोहार दी। क्यों, क्योंकि लोहार की जी थोड़ी होंगी है बड़ी हैवी होंगी है, तो जोड़ा सुनार होंदा है वो थोड़ी बहुत बरीक छोटी हल्की फुल्की होंगी है। ठीक है ना, सो इधरों मुहावरा बनया 100 सुनार दी एक लोहार दी। अर्थात मतलब बंदा एक कोई छोटी मोटियां चलाकियां करता है, हेरा फेरी करता है, किसी को तंग करता है, तो दूजा बंदा तंग आके परेशान होकर फिर जो एक मोड़वा जवाब तगड़ा देंदा है तो 100 ਜਿਹੜੀਆਂ ਉਹਦੀਆਂ ਸੱਟਾਂ ਸੀਆਂ ਉਹਦੇ ਬਰਾਬਰ ਉਹਦੀ ਇੱਕ ਸੱਟ ਹੁੰਦੀ ਹੈ। ਠੀਕ ਹੈ, ਸੋ ਇਹ ਮੁਹਾਵਰਾ ਵੀ ਹੈਗਾ, ਤੁਹਾਡੀ ਜਾਣਕਾਰੀ 'ਚ ਮੈਂ ਵਾਧਾ ਕੀਤਾ। ਆ ਬਲੈਕ ਸਮਿਥ ਹੈਮਰਸ, ਹੈਮਰਸ ਮਾਨੇ ਹੈਮਰ ਦੇ ਨਾਲ ਥੋੜੀ ਦੇ ਨਾਲ ਚੋਟ ਕਰਦਾ ਹੈ ਕਿਤੇ ਆ ਹੌਟ ਪੀਸ ਆਫ ਆਇਰਨ, ਇੱਕ ਗਰਮ ਲੋਹੇ ਦੇ ਟੁਕੜੇ ਉੱਤੇ ਵਾਈਲ ਮੇਕਿੰਗ ਅ ਟੂਲ, ਟੂਲ ਬਣਾਉਣ ਵਾਸਤੇ, ਸੰਦ ਬਣਾਉਣ ਵਾਸਤੇ। ਕੋਈ ਖੁਰਪੀ ਬਣਾਉਂਦਾ ਹੈ, ਕੋਈ ਰੰਬਾ ਬਣਾਉਂਦਾ ਹੈ, ਕੋਈ ਦਾਤੀ ਬਣਾਉਂਦਾ ਹੈ ਨਾ, ਲੋਹਾਰ ਬੜੇ ਸਾਰੇ ਟੂਲ ਬਣਾਉਂਦੇ ਨੇ, ਸੰਦ ਬਣਾਉਂਦੇ ਨੇ। हाउ डज दी फोर्स ड्यू टू हैमरिंग अफेक्ट दी पीस ऑफ आयरन। कहते दसो किवें जड़ा वह फोर्स है वो सट है वो हैमरिंग इफेक्ट की सट है वो ते लोहे के टुकड़े के किवें असर पाती है। सो बच्चों यदा हुण असीं कहांगे ब्लैक स्मिथ यूजिज दी मस्कुलर फोर्स। हुण बच्चों हथौड़ी एवं तो लगती नहीं, उन्हें मोंडा यूज़ किया, उन्हें अपना डोला यूज़ किया, उन्हें अपनी बांह यूज़ की, हथ यूज़ किया, छाती यूज़ की, है ना। So he has used many muscles of his body. Those muscles have generated the muscular force. So blacksmith uses the muscular force of his body to hit, सट मारन लई, a hot piece of iron placed on an iron slab। हुण जिहड़ा hot piece है बच्चों थल्ले बड़ा भारा एक लोहे का टुकड़ा हुंदा है, ताकि वो अगर मिट्टी ते रखेगा तो मिट्टी में दब जाएगा, है ना, वो फिर फ्लैटन नहीं होएगा। तो वो थल्ले भी एक आयरन स्लैब रखा हुंदा है। ठीक है, ਜਿਹਨੂੰ ਅਸੀਂ ਪੰਜਾਬੀ 'ਚ ਅਹਿਰਣ ਕਹਿ ਦਿੰਦੇ ਹਾਂ, ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਹੈ ਅਹਿਰਣ। ਠੀਕ ਹੈ, ਸੋ ਅਹਿਰਣ ਦੇ ਉੱਤੇ ਰੱਖ ਕੇ ਉਹ ਆਇਰਨ ਸਲੈਬ ਦੇ ਉੱਤੇ ਲੋਹੇ ਦਾ ਗਰਮ ਟੁਕੜਾ ਰੱਖ ਕੇ ਉਹਨੂੰ ਛੀਣੀ ਨਾਲ ਫੜ ਕੇ
ਸੰਨੀ ਨਾਲ ਫੜ ਕੇ ਉਹ ਉੱਤੇ ਸੱਟ ਮਾਰਦਾ ਹੈ। ਠੀਕ ਹੈ, ਸੱਟ ਮਾਰਨ ਦੇ ਨਾਲ ਕੀ ਹੁੰਦਾ ਬੱਚੇ, ਉਹ ਫਲੈਟਨ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਆਇਰਨ ਬਿਕਮ ਸੌਫਟਰ ਔਨ ਹੀਟਿੰਗ। ਉਹ ਜਿਹੜੇ ਰੈੱਡ ਹੌਟ ਹੁੰਦਾ ਤੇ ਉਹ ਸੌਫਟ ਹੋ ਜਾਂਦਾ ਹੈ, ਜਿਹੜੇ ਉਹਨੂੰ ਸੱਟ ਮਾਰਦੇ ਆ ਤੇ ਉਹਦੇ ਨਾਲ ਫਲੈਟਨ ਹੋਣਾ, ਉਹਦੀ ਸ਼ੇਪ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ। ਦੀ ਬਲੋਜ਼ ਆਫ ਹੈਮਰ, ਬਲੋਜ਼ ਮਾਨੇ ਸੱਟਾਂ, ਆਫ ਹੈਮਰ ਚੇਂਜ ਦੀ ਸ਼ੇਪ ਆਫ ਹੌਟ ਆਇਰਨ। ਜਿਹੜੀਆਂ ਹੈਮਰ ਦੀਆਂ ਸੱਟਾਂ ਨੇ, ਬਲੋਜ਼ ਆਫ ਹੈਮਰ ਦੇ ਚੇਂਜ ਦੀ ਸ਼ੇਪ ਆਫ ਹੌਟ ਆਇਰਨ, ਇਨੇਬਲਿੰਗ ਦੀ ਬਲੈਕ ਸਮਿਥ ਟੂ ਡਿਜ਼ਾਈਨ ਅ ਡਿਜ਼ਾਇਰਡ ਸ਼ੇਪ। ਇਸ ਤਰ੍ਹਾਂ ਲੋਹਾਰ ਜਿਹੜਾ ਹੈ ਉਹ ਆਪਣੀ ਮਨ ਭਾਉਂਦਾ ਆਕਾਰ, ਜਿਸ ਤਰ੍ਹਾਂ ਦੀ ਸ਼ੇਪ ਨੂੰ ਚਾਹੀਦੀ ਹੈ, ਦਾਤੀ ਚਾਹੀਦੀ ਹੈ, ਰੰਬਾ ਚਾਹੀਦਾ ਹੈ, ਕਾਂਡੀ ਚਾਹੀਦੀ ਹੈ, ਜੋ ਕੁਝ ਵੀ ਚਾਹੀਦਾ ਹੈ ਉਹ ਇਸ ਤਰ੍ਹਾਂ ਫਿਰ ਬਣਾ ਲੈਂਦਾ ਹੈ। ਠੀਕ ਹੈ ਬੱਚਿਓ, आओ ਅੱਗੇ चलिए। क्वेश्चन नंबर 8, नेम द फोर्सेस एक्टिंग ऑन अ प्लास्टिक बकेट कंटेनिंग वाटर ਹੈਲਡ ਅਬਵ ਗਰਾਊਂਡ ਲੈਵਲ ਇਨ ਯੂਰ ਹੈਂਡ। ਕਹਿੰਦੇ ਇੱਕ ਪਲਾਸਟਿਕ ਦੀ ਬਾਲਟੀ ਹੈ, ਬਕਟ ਮੈਨੇ ਬਾਲਟੀ, ਕੰਟੇਨਿੰਗ ਵਾਟਰ, ਉਹ 'ਚ ਪਾਣੀ ਹੈਗਾ ਤੇ ਉਹਨੂੰ ਧਰਤੀ ਤੋਂ ਉੱਪਰ, ਗਰਾਊਂਡ ਤੋਂ ਉੱਪਰ ਤੁਸੀਂ ਫੜ ਕੇ ਲੈਵਲ ਤੇ ਰੱਖਿਆ ਹੋਇਆ ਹੈ, ਇਨ ਯੂਰ ਹੈਂਡ, ਫੜ ਕੇ ਰੱਖੀ ਹੋਈ ਹੈ। ਕਹਿੰਦੇ ਦੱਸੋ ਉਸ ਬਕਟ ਦੇ ਉੱਤੇ ਕਿਹੜੇ ਕਿਹੜੇ ਫੋਰਸਿਸ ਐਕਟ ਕਰ ਰਹੇ ਨੇ। ਡਿਸਕਸ, ਇਸ ਗੱਲ ਦੀ ਚਰਚਾ ਕਰੋ। ਵਾਈ ਦੀ ਫੋਰਸਿਸ ਐਕਟਿੰਗ ਔਨ ਦ ਬਕਟ ਡੂ ਨਾਟ ਬ੍ਰਿੰਗ ਅ ਚੇਂਜ ਇਨ ਇਟਸ ਸਟੇਟ ਆਫ ਮੋਸ਼ਨ। ਕਹਿੰਦੇ ਇਹ ਵੀ ਦੱਸੋ ਵੀ ਜਿਹੜੇ ਉੱਤੇ ਫੋਰਸ ਐਕਟ ਕਰ ਰਹੇ ਨੇ ਉਹ ਜਿਹੜੀ ਉਹਦੀ ਸਟੇਟ ਆਫ ਮੋਸ਼ਨ ਹੈ ਉਹਨੂੰ ਬਦਲ ਕਿਉਂ ਨਹੀਂ ਰਹੇ। ਕਿਉਂਕਿ ਅਸੀਂ ਪੜ੍ਹਿਆ ਕਿ ਜਿਹੜਾ ਫੋਰਸ ਜਿਹੜੇ ਐਕਟ ਕਰਦਾ ਹੈ ਜਾਂ ਤਾਂ ਸਟੇਟ ਆਫ ਮੋਸ਼ਨ ਚੇਂਜ ਹੋ ਜਾਂਦਾ ਹੈ ਤੇ ਜਾਂ ਉਹਦੀ ਸ਼ੇਪ ਚੇਂਜ ਹੋ ਜਾਂਦੀ ਹੈ। ਪਰ ਬਾਲਟੀ ਪਾਣੀ ਨਾਲ ਭਰੀ ਹੋਈ ਹੈ, ਉਸੀ ਤੁਸੀਂ ਹੱਥ ਨਾਲ ਫੜੀ ਹੋਈ ਹੈ ਤੇ ਰੋਕ ਕੇ ਰੱਖੀ ਹੋਈ ਹੈ, ਇਟਸ ਸਟੇਟ ਆਫ ਮੋਸ਼ਨ ਇਜ਼ ਆਲਸੋ ਨਾਟ ਚੇਂਜਿੰਗ। ਠੀਕ ਹੈ, ਐਂਡ ਇਟਸ ਸ਼ੇਪ ਇਜ਼ ਆਲਸੋ ਨਾਟ ਚੇਂਜਿੰਗ, ਬਟ ਦੀ ਫੋਰਸਿਸ ਆਰ ਐਕਟਿੰਗ ਔਨ ਇਟ। ਤੇ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਟੂ ਇਕੁਅਲ ਐਂਡ ਆਪੋਜ਼ਿਟ ਫੋਰਸਿਸ ਆਰ ਐਕਟਿੰਗ ਔਨ ਦੀ ਬਕਟ। ਦੋ ਬਰਾਬਰ ਦੇ ਅਤੇ ਇੱਕ ਦੂਜੇ ਦੇ ਉਲਟ ਦਿਸ਼ਾ ਵਿੱਚ ਲੱਗਣ ਵਾਲੇ ਫੋਰਸ ਜਿਹੜੇ ਨੇ ਉਸ ਬਾਲਟੀ 'ਤੇ ਅਸਰ ਕਰ ਰਹੇ ਨੇ। ਮਸਕੂਲਰ ਫੋਰਸ ਇਜ਼ ਐਕਟਿੰਗ ਅਪਵਰਡ ਟਰਾਈਂਗ ਟੂ ਹੋਲਡ ਦਾ ਬਕਟ ਇਨ ਪੋਜੀਸ਼ਨ। ਜਿਹੜਾ ਮਸਕੂਲਰ ਫੋਰਸ ਹੈ, ਮੇਰੇ ਜਿਹੜੀ ਬਾਂਹ ਦੇ ਵਿੱਚ ਮਸਲਸ ਨੇ, ਮੋਢੇ ਵਿੱਚ ਮਸਲਸ ਨੇ, ਡੋਲੇ 'ਚ ਮਸਲਸ ਨੇ, ਉਹਨਾਂ ਨੇ ਬਾਲਟੀ ਨੂੰ ਫੜ ਕੇ ਰੱਖਿਆ ਹੋਇਆ ਹੈ ਉਸ ਪੋਜੀਸ਼ਨ 'ਚ। ਐਂਡ ਦੀ ਗ੍ਰੈਵਿਟੀ ਇਜ਼ ਪੁਲਿੰਗ ਦਾ ਬਕਟ ਡਾਊਨ। ਤੇ ਜਿਹੜੀ ਧਰਤੀ ਹੈ ਉਹ ਤੇ ਗ੍ਰੈਵਿਟੀ ਦਾ ਫੋਰਸ ਲਗਾ ਰਹੀ ਹੈ, ਉਹਨੂੰ ਥੱਲੇ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਜਦੋਂ ਮੈਂ ਹੱਥ ਛੱਡ ਦਾਂਗਾ ਤੇ ਬਾਲਟੀ ਥੱਲੇ ਡਿੱਗ ਜਾਏਗੀ। ਉਹ ਥੱਲੇ ਕਿਉਂ ਡਿੱਗੀ? ਕਿਉਂਕਿ ਅਰਥ ਨੇ ਗ੍ਰੈਵਿਟੀ ਦੇ ਨਾਲ ਉਹਨੂੰ ਥੱਲੇ ਖਿੱਚਿਆ। ਪਰ ਉਹ ਥੱਲੇ ਨਹੀਂ ਡਿੱਗ ਰਹੀ ਕਿਉਂਕਿ ਮੇਰੇ ਮਸਲਸ ਜਿਹੜੇ ਨੇ ਉਹਨਾਂ ਨੇ ਬਾਲਟੀ ਨੂੰ ਫੜ ਕੇ ਰੱਖਿਆ ਹੋਇਆ ਹੈ। ਦੀ ਬਕਟ ਡਜ਼ ਨਾਟ ਮੂਵ ਬਿਕੋਜ਼ ਦੀ ਟੂ ਇਕੁਅਲ ਐਂਡ ਆਪੋਜ਼ਿਟ ਫੋਰਸਿਸ ਕੈਂਸਲ ਈਚ ਅਦਰ ਆਊਟ। ਜਿਹੜੇ ਬਕਟ ਕਿਉਂ ਨਹੀਂ ਮੂਵ ਕਰ ਰਹੀ? ਬਕਟ ਦਾ ਸਟੇਟ ਆਫ ਮੋਸ਼ਨ ਕਿਉਂ ਚੇਂਜ ਨਹੀਂ ਹੋ ਰਿਹਾ? ਕਿਉਂਕਿ ਮਾਈ ਮਸਕੂਲਰ ਫੋਰਸ ਐਂਡ ਦੀ ਫੋਰਸ ਆਫ ਗ੍ਰੈਵਿਟੀ ਦੇ ਆਰ ਕੈਂਸਲਿੰਗ ਈਚ ਅਦਰ ਆਊਟ। ਜਿੰਨਾ ਫੋਰਸ ਗ੍ਰੈਵਿਟੀ ਦਾ ਲੱਗ ਰਿਹਾ ਉਨਾ ਹੀ ਫੋਰਸ ਮੇਰੇ ਮਸਲਸ ਦਾ ਲੱਗ ਰਿਹਾ, ਬਟ ਦੇ ਆਰ ਇਨ ਦੀ ਆਪੋਜ਼ਿਟ ਡਾਇਰੈਕਸ਼ਨ। ਗ੍ਰੈਵਿਟੀ ਦਾ ਫੋਰਸ ਐਕਟਿੰਗ ਵਰਟੀਕਲੀ ਡਾਊਨਵਰਡਸ ਐਂਡ ਮਸਲਸ ਦਾ ਫੋਰਸ ਐਕਟਿੰਗ ਵਰਟੀਕਲੀ ਅਪਵਰਡਸ। ਤੇ ਜਿੰਨਾ ਉਹ ਹੈਗਾ ਉਨਾ ਹੀ ਉਹ ਹੈ, ਤੇ ਪਲੱਸ ਮਾਈਨਸ ਕਰਕੇ ਜ਼ੀਰੋ ਹੋ ਗਿਆ। ਤੇ ਅਸੀਂ ਇੱਥੇ ਇੱਕ ਲਾਈਨ ਐਡ ਕਰ ਸਕਦੇ ਹਾਂ ਜੇ ਤੁਸੀਂ ਲਿਖਣਾ ਹੋਵੇ, ਦੀ ਨੈਟ ਫੋਰਸ ਔਨ ਦੀ ਬਕਟ ਇਜ਼ ਜ਼ੀਰੋ। ਇਹ ਲਿਖ ਲਓ, ਇਹ ਮੈਂ ਲਿਖਣੀ ਭੁੱਲ ਗਿਆ, ਤੁਸੀਂ ਨਾਲ ਲਿਖ ਸਕਦੇ ਹੋ ਕਿ forces acting on, there is no change in the state of motion of the bucket because the net force acting on the bucket is zero। ठीक है बच्चों, आओ आगे चलिए। क्वेश्चन नंबर 9, a rocket has been fired upwards to launch a satellite in its orbit। ਕਹਿੰਦੇ ਇੱਕ ਰਾਕਟ ਜਿਹੜਾ ਹੈ ਉਹਨੂੰ ਉੱਪਰ ਦਾਗਿਆ ਗਿਆ, ਪੁਲਾੜ ਦੇ ਵਿੱਚ, ਸਪੇਸ ਵਿੱਚ ਦਾਗਿਆ ਗਿਆ ਤਾਂ ਕਿ ਉਹ ਆਰਬਿਟ ਦੇ ਵਿੱਚ ਇੱਕ ਸੈਟੇਲਾਈਟ ਛੱਡਿਆ ਜਾ ਸਕੇ। ਠੀਕ ਹੈ, ਨੇਮ ਦੀ ਟੂ ਫੋਰਸਿਸ ਐਕਟਿੰਗ ਔਨ ਦੀ ਰਾਕਟ ਇਮੀਡੀਏਟਲੀ ਆਫਟਰ ਲੀਵਿੰਗ ਦੀ ਲਾਂਚਿੰਗ ਪੈਡ। ਲਾਂਚਿੰਗ ਪੈਡ ਹੁੰਦਾ ਬੱਚਿਓ ਜਿਹ 'ਤੇ ਰੱਖ ਕੇ ਰਾਕਟ ਨੂੰ ਲਾਂਚ ਕੀਤਾ ਜਾਂਦਾ। ਕਹਿੰਦੇ ਜਿੱਦਾਂ ਹੀ ਲਾਂਚਿੰਗ ਪੈਡ ਤੋਂ ਉਹ ਛੁੱਟ ਗਿਆ, ਹਵਾ ਵਿੱਚ ਚਲਾ ਗਿਆ, ਤੇ ਦੱਸੋ ਉਸ ਰਾਕਟ ਦੇ ਉੱਤੇ ਉਸ ਵੇਲੇ ਕਿਹੜੇ ਦੋ ਫੋਰਸਿਸ ਐਕਟ ਕਰ ਰਹੇ ਨੇ। ਆਓ ਉਹਨਾਂ ਦਾ ਜਵਾਬ ਦਈਏ। ਇਮੀਡੀਏਟਲੀ ਆਫਟਰ ਲੀਵਿੰਗ ਦੀ ਲਾਂਚਿੰਗ ਪੈਡ, ਲਾਂਚਿੰਗ ਪੈਡ ਛੱਡਣ ਤੋਂ ਇੱਕੋ ਦਮ ਬਾਅਦ ਰॉकेट इज सब्जेक्टेड टू टू फोर्सेस। ਜਿਹੜਾ ਰॉकेट है ਉਹ ਦੋ ਫੋਰਸਿਸ ਦੇ ਅਸਰ ਹੇਠ ਆ ਜਾਂਦਾ ਹੈ। ਉਹ ਤੇ ਦੋ ਫੋਰਸਿਸ ਲੱਗਣੇ ਸ਼ੁਰੂ ਹੋ ਜਾਂਦੇ ਨੇ। ਕਿਹੜੇ ਕਿਹੜੇ? ਵਨ ਇਜ਼ ਦੀ ਫੋਰਸ ਆਫ ਗ੍ਰੈਵਿਟੀ ਟਰਾਈਂਗ ਟੂ ਪੁਲ ਇਟ ਡਾਊਨ। ਇੱਕ ਤੇ ਹੈਗਾ ਫੋਰਸ ਆਫ ਗ੍ਰੈਵਿਟੀ, ਦੈਟ ਇਜ਼ ਗ੍ਰੈਵਿਟੇਸ਼ਨਲ ਫੋਰਸ ਬਾਈ ਦੀ ਅਰਥ ਵਿਚ ਇਜ਼ ਟਰਾਈਂਗ ਟੂ ਪੁਲ ਇਟ ਡਾਊਨ, ਐਂਡ ਦੀ ਅਦਰ ਇਜ਼ ਦੀ ਫੋਰਸ ਆਫ ਐਟਮੋਸਫੈਰਿਕ ਫ੍ਰਿਕਸ਼ਨ। ਕਿਉਂਕਿ ਉਹ ਹਵਾ ਵਿੱਚ ਜਾ ਰਿਹਾ ਹੈ ਤੇ ਹਵਾ ਜਿਹੜੀ ਹੈ ਉਹ ਕੀ ਕਰਦੀ ਹੈ, ਉਹਨੂੰ ਸਲੋ ਡਾਊਨ ਕਰਨ ਦੀ ਕੋਸ਼ਿਸ਼ ਕਰਦੀ ਹੈ, क्योंकि it opposes the motion, it exerts the force of friction। So atmospheric, other force is atmospheric friction trying to slow it down by opposing its motion।
सामने पता है कि फ्रिक्शन ऑलवेज अपोजेज दी मोशन, फ्रिक्शन ऑलवेज एक्ट्स इन अ डायरेक्शन ऑपोजिट टू दी डायरेक्शन ऑफ मोशन। सो रॉकेट के उत्ते बच्चों दो फोर्स लग रहे हैं, एक तो फोर्स ऑफ ग्रेविटी ते दूसरा है एटमॉस्फेरिक फ्रिक्शन दा, हवा दा एयर फ्रिक्शन। ठीक है बच्चों। सो आओ हुण अगला क्वेश्चन ते आखिरी क्वेश्चन करिए। क्वेश्चन नंबर 10, when we press the bulb of a dropper with its nozzle kept in water, ਤੁਸੀਂ ਬੱਚੇ ਆਈ ਡ੍ਰੌਪਰ ਦੇਖਿਆ ਹੋਣਾ ਹੈ ਨਾ, ਉਹ ਡ੍ਰੌਪਰ ਲਓ, ਉਹਦੇ ਉੱਤੇ ਇੱਕ ਬਲਬ ਰਬੜ ਦਾ ਲੱਗਿਆ ਹੁੰਦਾ, ਠੀਕ ਹੈ। ਤੇ ਉਹ ਕਹਿੰਦੇ when we press the bulb of a dropper with its nozzle, nozzle ਜਿਹਦੇ ਚੋਂ ਦਵਾਈ ਨਿਕਲਦੀ ਹੈ, kept in water, air in the dropper is seen to escape in the form of bubbles। ਤੁਸੀਂ ਡ੍ਰੌਪਰ ਲਵੋ ਨਾਰਮਲ ਸਿਚੁਏਸ਼ਨ ਵਿੱਚ, ਉਹਨੂੰ ਪਾਣੀ ਵਿੱਚ ਪਾਓ ਦੀ ਨੋਜ਼ਲ ਨੂੰ ਤੇ ਪ੍ਰੈਸ ਕਰੋ ਤੇ ਦੇਖੋਗੇ ਉਹ ਜਿਹੜੀ ਨੋਜ਼ਲ ਦੇ ਵਿੱਚ ਹਵਾ ਸੀਗੀ ਉਹ ਬਾਹਰ ਆ ਜਾਏਗੀ ਤੇ ਪਾਣੀ ਵਿੱਚੋਂ ਬੁਲਬੁਲੇ ਬਾਹਰ ਨਿਕਲਣਗੇ। ਠੀਕ ਹੈ। ਵੰਸ ਵੀ ਰਿਲੀਜ਼ ਦੀ ਪ੍ਰੈਸ਼ਰ ਔਨ ਦਾ ਬਲਬ, ਤੇ ਜਦੋਂ ਅਸੀਂ ਉਹ ਬਲਬ ਜਿਹੜਾ ਦੱਬਿਆ ਹੋਇਆ ਸੀਗਾ ਉਹਦਾ ਜਿਹੜਾ ਉੱਪਰਲਾ, ਉਹਨੂੰ ਜਿਹੜੇ ਛੱਡਾਂਗੇ ਤੇ ਵਾਟਰ ਗੈਟਸ ਫਿਲਡ ਇਨ ਦੀ ਡ੍ਰੌਪਰ, ਡ੍ਰੌਪਰ ਦੇ ਵਿੱਚ ਜਿਹੜਾ ਪਾਣੀ ਭਰ ਜਾਂਦਾ ਹੈ। ਜਿਹੜੀ ਦਵਾਈਆਂ ਉਹ ਵੀ ਇਸ ਤਰ੍ਹਾਂ ਹੀ ਭਰਦੇ ਹਾਂ ਆਪਾਂ, ਅੱਖ ਵਿੱਚ ਦਵਾਈ ਪਾਣੀ ਹੈ ਜਾਂ ਉਹਦੇ ਵਿੱਚ ਦਵਾਈ ਪਾਣੀ ਹੈ ਨਾ, ਤੇ ਕੀ ਕਰਦੇ ਹਾਂ, ਲੈ ਕੇ ਡ੍ਰੌਪਰ ਲੈ ਕੇ ਪ੍ਰੈਸ ਕਰਦੇ ਹਾਂ, ਫਿਰ ਇੱਦਾਂ ਛੱਡਦੇ ਹਾਂ ਤੇ ਦਵਾਈ ਡ੍ਰੌਪਰ ਦੇ ਵਿੱਚ ਆ ਜਾਂਦੀ ਹੈ। ਕਹਿੰਦੇ ਦੀ ਰਾਈਜ਼ ਆਫ ਵਾਟਰ ਇਨ ਦੀ ਡ੍ਰੌਪਰ ਇਜ਼ ਡਿਊ ਟੂ ਵਟ, pressure of water? No. Gravity of earth? No. Shape of bulb, rubber bulb? No. It is because of the atmospheric pressure। ठीक है बच्चों, ਇਹ ਤੇ ਹੈਗਾ ਜਵਾਬ। ਹੁਣ ਆਓ ਅਗਲੀ ਸਲਾਈਡ ਵਿੱਚ ਮੈਂ ਇਹਦਾ ਤੁਹਾਨੂੰ ਐਕਸਪਲੇਨੇਸ਼ਨ ਦਿੰਦਾ ਕਿ why it is atmospheric pressure। आओ देखिए। Pressing the bulb of the dropper pushes the air out causing a reduction of air pressure inside the dropper। ਜਦੋਂ ਮੈਂ ਡ੍ਰੌਪਰ ਦੇ ਬਲਬ ਨੂੰ ਪ੍ਰੈਸ ਕੀਤਾ ਤੇ ਉਹਦੀ 에ਅਰ ਬਾਹਰ ਆ ਗਈ, ਜਿਹੜੇ 에ਅਰ ਬਾਹਰ ਆ ਗਈ ਤੇ ਇਹਦਾ ਮਤਲਬ ਕਿ ਡ੍ਰੌਪਰ ਦੇ ਵਿੱਚ ਪਾਰਸ਼ੀਅਲ ਵੈਕਿਊਮ ਕ੍ਰੀਏਟ ਹੋ ਗਿਆ ਜਾਂ ਹਵਾ ਨਿਕਲ ਗਈ, ਤੇ ਜਿਹੜੇ ਹਵਾ ਨਿਕਲ ਗਈ ਤੇ ਉਹਦਾ ਪ੍ਰੈਸ਼ਰ ਵੀ ਘਟ ਗਿਆ ਹੈ ਨਾ ਬੱਚੋ। ਸੋ ਇਟ ਕਾਜ਼ਿਜ਼ ਅ ਰਿਡਕਸ਼ਨ ਇਨ 에ਅਰ ਪ੍ਰੈਸ਼ਰ ਇਨਸਾਈਡ ਦੀ ਡ੍ਰੌਪਰ। ਸੋ ਦੇਰ ਇਜ਼ ਅ ਡਿਫਰੈਂਸ ਆਫ 에ਅਰ ਪ੍ਰੈਸ਼ਰ ਇਨ ਦੀ ਡ੍ਰੌਪਰ ਐਂਡ ਦੀ ਐਟਮੋਸਫੈਰਿਕ ਪ੍ਰੈਸ਼ਰ ਐਕਟਿੰਗ ਔਨ ਦੀ ਵਾਟਰ ਸਰਫੇਸ। ਹੁਣ ਜਿਹੜੀ ਬਕਟ ਆਫ ਵਾਟਰ ਹੈਗੀ ਹੈ ਜਿਸ ਪਾਣੀ 'ਚ ਪਾਇਆ ਉਹਦੇ ਉੱਤੇ ਹਵਾ ਵਿੱਚ ਹੈਗਾ ਤੇ ਐਟਮੋਸਫੈਰਿਕ ਪ੍ਰੈਸ਼ਰ ਇਜ਼ ਐਕਟਿੰਗ ਔਨ ਆਲ ਦਾ ਬੋਡੀਜ਼, ਸਾਡੇ ਉੱਤੇ ਵੀ ਹਰ ਚੀਜ਼ ਦੇ ਉੱਤੇ ਜਿੱਥੇ ਤੇ ਹਵਾ ਹੈਗੀ ਹੈ ਐਟਮੋਸਫੈਰਿਕ ਪ੍ਰੈਸ਼ਰ ਇਜ਼ ਆਲਸੋ ਐਕਟਿੰਗ ਔਨ ਦੀ ਸਰਫੇਸ ਆਫ ਵਾਟਰ। ਠੀਕ ਹੈ ਬੱਚੋ। ਹੁਣ ਨਾਓ ਐਟਮੋਸਫੈਰਿਕ ਪ੍ਰੈਸ਼ਰ ਇਜ਼ ਮੋਰ ਤੇ ਜਿਹੜਾ ਡ੍ਰੌਪਰ ਦੇ ਵਿੱਚ 에ਅਰ ਪ੍ਰੈਸ਼ਰ ਹੈ ਉਹ ਰਿਡਿਊਸ ਹੋ ਗਿਆ, ਕਿਉਂ? ਬਿਕੋਜ਼ ਵੀ ਹੈਵ ਟੇਕਨ ਦਾ 에ਅਰ ਆਊਟ ਐਂਡ ਵੀ ਨੋ ਦੈਟ the movement of air or fluid is from high pressure to low pressure। So because of this difference of air pressure in the dropper and the atmospheric pressure acting on the water surface, ठीक है, the greater atmospheric pressure causes the water to be pushed inside the dropper। क्योंकि atmospheric pressure ਜਿਹੜਾ ਹੈ ਉਹ ਜ਼ਿਆਦਾ ਹੋ ਗਿਆ ਤੇ ਡ੍ਰੌਪਰ ਚੋਂ ਹਵਾ ਨਿਕਲ ਕਰਕੇ ਡ੍ਰੌਪਰ ਦੇ ਵਿੱਚ 에ਅਰ ਪ੍ਰੈਸ਼ਰ ਘਟ ਗਿਆ ਤੇ ਇਸ ਕਰਕੇ 에ਅਰ ਪ੍ਰੈਸ਼ਰ ਉਹ ਪਾਣੀ ਨੂੰ ਜਿਹੜੇ ਉੱਤੇ ਪ੍ਰੈਸ਼ਰ ਪਾ ਰਿਹਾ ਤੇ ਪਾਣੀ ਜਿਹੜਾ ਹੈ ਉਹ 에ਅਰ ਡ੍ਰੌਪਰ ਦੇ ਵਿੱਚ 에ਅਰ ਪ੍ਰੈਸ਼ਰ ਰਿਡਿਊਸ ਹੋਣ ਕਰਕੇ ਪਾਣੀ ਉਹਦੇ ਅੰਦਰ ਚਲਾ ਜਾਂਦਾ ਹੈ। ਸੋ ਦਾ ਮੇਨ ਰੀਜ਼ਨ ਇਜ਼ the reason behind this is atmospheric pressure and ਉਹਦੀ explanation ਹੈਗਾ because of the difference of air pressure between the atmospheric pressure and the air pressure in the dropper। ठीक है प्यारे बच्चों। So dear students, this was your exercise to chapter number 11 titled force and pressure। ਤੇ ਕੋਸ਼ਿਸ਼ ਕਰਾਂਗੇ ਇਸ ਚੈਪਟਰ ਦੇ ਨੋਟਸ ਵੀ ਅਲੱਗ ਬਣਾਵਾਂਗੇ ਬਿਕੋਜ਼ ਸਾਰੇ ਕਨਸੈਪਟ ਜਿਹੜੇ ਨੇ ਕੁਐਸਚਨਸ ਵਿੱਚ ਕਵਰ ਨਹੀਂ ਹੁੰਦੇ। ਸੋ ਇਸ ਚੈਨਲ ਨੂੰ ਸਪੋਰਟ ਕਰਦੇ ਹੋਏ ਤੁਸੀਂ ਸਾਰੇ ਇਸ ਨੂੰ ਸਾਰੇ ਸਬਸਕ੍ਰਾਈਬ ਕਰੋ ਅਤੇ ਨਾਲ ਆਪਣੇ ਹੋਰ ਫਰੈਂਡਸ ਦੇ ਨਾਲ, ਫੈਲੋ ਸਟੂਡੈਂਟਸ ਦੇ ਨਾਲ ਇਸ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਵੀ ਕਰੋ। ਇਫ ਯੂ ਹੈਵ ਐਨੀ ਇਸ਼ੂਜ਼, ਐਨੀ ਕੁਐਸਚਨਸ, ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਮੈਨੂੰ ਦੱਸ ਸਕਦੇ ਹੋ ਐਂਡ ਆਈ ਵਿਲ ਟਰਾਈ ਟੂ ਸੋਲਵ ਯੂਅਰ any questions and I will try to clarify your doubts। so ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। God bless you all।